ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਹਰ ਹਫਤੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਸਵਈਏ ਸਿਰਲੇਖ ਦੇ ਹੇਠ, ਉਸ ਦੀ ਆਪਾਂ ਲੜੀਵਾਰ ਵਿਚਾਰ ਕਰ ਰਹੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਪਿਛਲੇ ਲੈਕਚਰਸ ਦੇ ਵਿੱਚ ਆਪਾਂ ਵਿਚਾਰ ਕੀਤੀ ਪਹਿਲੇ 20 ਸਵਈਆਂ ਦੇ ਬਾਰੇ। ਸਵਈਏ ਦੇ ਅੰਦਰ 143 ਸਵਈਏ ਦਰਜ ਹਨ। 143 is the actual count of ਸਵਈਏਸ and 20 ਸਵਈਏ 20 ਸਵਈਏ ਜਿਹੜੇ ਹਨ ਉਹ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹਨ। ਉਸ ਤੋਂ ਇਲਾਵਾ 123 ਸਵਈਏਸ ਜਿਹੜੇ ਹਨ ਉਹ ਭੱਟਾਂ ਦੇ ਰਾਹੀਂ ਉਚਾਰਨ ਕੀਤੇ ਗਏ ਨੇ। ਵੱਖੋ ਵੱਖਰੇ ਗੁਰੂ ਸਾਹਿਬਾਨਾਂ ਦੇ ਲਈ ਕੁਝ ਸਵਈਏ ਦਰਜ ਕੀਤੇ ਗਏ ਹਨ ਜੋ ਉਹਨਾਂ ਨੇ ਉਚਾਰਨ ਕੀਤੇ। ਸੋ ਟੋਟਲ ਕਾਊਂਟ ਇਜ਼ 143 ਤੇ ਜੇ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਵਈਏ ਗਿਣੀਏ ਤੇ 20 ਤੇ 123 ਜਿਹੜਾ ਹੈ ਉਹ ਕਾਊਂਟ ਹੈ ਭੱਟ ਸਾਹਿਬਾਨਾਂ ਦੇ ਸਵਈਏ ਦਾ। ਔਰ ਜਿਹੜਾ ਸਭ ਤੋਂ ਜ਼ਿਆਦਾ ਬਾਣੀ ਜਿਹੜੀ ਹੈ ਉਹ ਭੱਟ ਕਲ ਜੀ ਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਵੀ ਜਿਹੜੇ ਸਵਈਏ ਹਨ ਉਹ 10 ਸਵਈਏ ਹਨ, ਉਹ ਭੱਟ ਕਲ ਜੀ ਨੇ ਜਿਹੜੇ ਨੇ ਉਚਾਰਨ ਕੀਤੇ ਨੇ। ਪੰਚਮ ਪਾਤਸ਼ਾਹ ਜੀ ਦੇ ਸਵਈਏ ਸਨ, ਉਦੋਂ ਅਸੀਂ ਜੋ ਸਿਰਲੇਖ ਪੜਿਆ ਸੀ ਉਹ ਸੀ ਸ਼੍ਰੀ ਮੁਖ ਵਾਕਿਆ ਮਹੱਲਾ ਪੰਜਵਾਂ। ਬਈ ਮੁੱਖ ਵਾਕ ਕਿਹਦੇ ਮੂੰਹੋਂ ਉਚਾਰਨ ਹੋਏ ਨੇ? ਉਹਨੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਹੁਣ ਅੱਗੇ ਜੋ ਬਾਣੀ ਆਰੰਭ ਹੁੰਦੀ ਹੈ ਉਹਦਾ ਸਿਰਲੇਖ ਹੈ ਸਵਈਏ ਮਹੱਲੇ ਪਹਿਲੇ ਕੇ। ਬਸ ਇੰਨਾ ਹੀ ਇਸ ਨੂੰ ਪੜ੍ਹਨਾ ਹੈ ਅਸੀਂ। ਉਸ ਤੋਂ ਬਾਅਦ ਫਿਰ ਇੱਕ ਲਿਖਿਆ ਹੋਇਆ ਹੈ। ਇਸ ਦਾ ਜਿਹੜਾ ਸਿਰਲੇਖ ਹੈ ਸਵਈਏ ਮਹੱਲੇ ਪਹਿਲੇ ਕੇ, ਬਸ। ਹੁਣ ਜੋ ਇੱਕ ਲਿਖਿਆ ਹੈ ਜੋ ਅਸੀਂ ਪੜ੍ਹਿਆ ਹੈ ਉਸੇ ਨੂੰ ਅੰਕ ਰੂਪ ਵਿੱਚ ਲਿਖਿਆ ਹੈ। ਪਹਿਲੇ ਇੱਕ, ਪਹਿਲਾ ਲਿਖ ਕੇ ਉਹ ਜੋ ਪਹਿਲਾ ਬਣਾਇਆ ਹੈ ਉਹਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਅਸੀਂ ਉਚਾਰਨ ਕਿਵੇਂ ਕਰਨਾ ਹੈ। ਹੁਣ ਗੁਰਬਾਣੀ ਆਉਂਦੀ ਹੈ, ਅਸੀਂ ਕਹਿੰਦੇ ਹਾਂ ਮਹੱਲਾ ਪਹਿਲਾ, ਮਹੱਲਾ ਦੂਸਰਾ, ਤੀਸਰਾ, ਚੌਥਾ, ਪੰਜਵਾਂ। ਅਸੀਂ ਇਸ ਤਰੀਕੇ ਨਾਲ ਨਹੀਂ ਬੋਲਦੇ ਕਿ ਮਹੱਲਾ 1, 2, ਮਹੱਲਾ 3, ਮਹੱਲਾ 4। ਕਿਉਂ ਨਹੀਂ ਬੋਲਦੇ? ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਆਪ ਹੀ ਦੱਸ ਰਹੇ ਨੇ ਕਿ ਅਸੀਂ ਕਿਸ ਤਰੀਕੇ ਨਾਲ ਉਚਾਰਨ ਕਰਨਾ ਹੈ। तो महल्ले दे नाल पहले तो ये कई जगहों ते इस तरीके नाल आउंदा है। So the main reason is behind so that we can get more information how should we pronounce this word. We should not say महल्ला एक, महल्ला पहला। So खैर तो सवैये महल्ले पहले के भाव पहले गुरु साहब दे नहीं ने, पहले गुरु साहब दे संबंध दे विच उच्चारण कीते ने। और ये जेडे 10 सवैये हन ये हन भट्ट कल जी दे, जिन्हां नूं असीं कल सहार नाम नाल भी जानते हैं। तो इन्हां दे ही सब तो वध सवैये हन। टोटल जिवें 123 हन, उहदे विचों 54 सवैये ਉਹ ਭੱਟ ਕਲ ਜੀ ਦੇ ਇਕੱਲੇ ਦੇ ਹਨ। Almost 50% we can say. So total is 123 but 53 count is from ਭੱਟ ਕਲ ਜੀ। 10 ਸਵਈਏ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਲਿਖੇ ਹਨ, 10 ਸਵਈਏ ਹੀ ਦੂਸਰੇ ਪਾਤਸ਼ਾਹ ਦੇ ਸੰਬੰਧ ਦੇ ਵਿੱਚ, ਫਿਰ 9 ਸਵਈਏ ਤੀਸਰੇ ਪਾਤਸ਼ਾਹ ਦੇ ਸੰਬੰਧ ਦੇ ਵਿੱਚ, ਫਿਰ 13 ਸਵਈਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਦੇ ਸੰਬੰਧ ਦੇ ਵਿੱਚ, और 12 ਸਵਈਏ ਜਿਹੜੇ ਹਨ ਉਹ ਇਹਨਾਂ ਨੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸੰਬੰਧ ਦੇ ਵਿੱਚ ਵੀ ਉਚਾਰਨ ਕੀਤੇ ਹਨ। ਸੋ ਟੋਟਲ ਕਾਊਂਟ ਬਿਕਮਸ 54। ਖੈਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਕਿ ਅੱਜ ਦੇ ਸਵਈਏ ਦੇ ਵਿੱਚ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਦੇ ਰਾਹੀਂ ਭੱਟ ਕਲ ਜੀ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਅੱਗੇ ਸਾਡੇ ਸਾਹਮਣੇ ਵਿਚਾਰ ਰੱਖਦੇ ਨੇ। ਆਰੰਭਤਾ ਕਰਦੇ ਨੇ ਉਸ ਪਰਮਾਤਮਾ ਦੇ ਨਾਮ ਤੋਂ। एक मन पुरख त्याए बरदाता, एक मन पुरख त्याए बरदाता। बई ਉਹ ਜਿਹੜਾ ਪਰਮਾਤਮਾ ਹੈ ਸਭ ਤੋਂ ਪਹਿਲਾਂ ਉਸ ਨੂੰ ਯਾਦ ਕੀਤਾ ਜਾਵੇ, ਉਸ ਪਰਮਾਤਮਾ ਦੇ ਸੰਬੰਧ ਦੇ ਵਿੱਚ।
एक ओंकार सतगुर प्रसाद, भाई वो जड़ा परमात्मा है जो एक है, जो बनाने वाला है, जो सच स्वरूप है, वो जड़ा है गुरु की कृपा दे नाल ही मिलता है। एक ओंकार सतगुर प्रसाद असी छोटा रूप मूल मंत्र का भी पढ़ते हाँ। उस तो बाद इत्थे जड़ा है एक मन पुरख ध्याई बरदाता संत सहार सदा बिखियाता। परमात्मा का नाम याद करना है। परमात्मा नू असी याद करना है किस तरीके नाल? एक मन, सावधान, एकाग्र चित, प्रभ की उस्तत करो संत मीत, सावधान एकाग्र चित। बिल्कुल एकाग्र होके असी जड़ा है वो परमात्मा नू याद करना है। एक चित जय एक छिन ध्यायो, काल फास के बीच ना आए। गुरु गोबिंद सिंह महाराज भी इसी चीज का जिक्र करते हैं। एक चित, भी एक चित होके, एकाग्रता, concentration is must needed. What happens normally? We are doing part, but we are thinking about something else. ਅਸੀਂ सेवा कर रहे हैं, physically we may performing सेवा at Gurudwara Sahib, maybe we are performing सेवा at Gurudwara Sahib physically, but mentally we are at work. ਅਸੀਂ ਕੰਮ ਦੇ ਬਾਰੇ ਸੋਚ ਰਹੇ ਹੁੰਦੇ ਆ, ਸਤਸੰਗ ਕਰ ਰਹੇ ਹੁੰਦੇ ਆ physically, but mentally ਜਿਹੜਾ ਹੈ ਉਹ ਅਸੀਂ ਕਈ ਵਾਰੀ ਕੁਸੰਗਤ ਕਰ ਰਹੇ ਹੁੰਦੇ ਆ, ਕੁਝ ਗਲਤ ਕਦੀ ਭੈੜਾ ਵੀ ਸੋਚ ਰਹੇ ਹੁੰਦੇ ਆ। ਤੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਾਡਾ ਮਨ ਕਿਤੇ ਹੋਰ ਹੁੰਦਾ ਹੈ ਤੇ ਸਾਡਾ ਤਨ ਜਿਹੜਾ ਹੈ ਉਹ ਕਿਤੇ ਹੋਰ ਹੁੰਦਾ ਹੈ। ਤੋ ਪਹਿਲੀ ਗੱਲ ਜਦੋਂ ਆਰੰਭਤਾ ਕਰਦੇ ਨੇ ਭੱਟ ਕਲ ਜੀ, ਇੱਕ ਮਨ ਪੁਰਖ ਧਿਆਏ ਬਰਦਾਤਾ, ਸਭ ਤੋਂ ਪਹਿਲਾਂ ਇੱਕ ਮਨ ਹੋ ਕੇ ਕੰਸੰਟਰੇਸ਼ਨ ਦੇ ਨਾਲ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ एकाग्र चित। गुरु अर्जन साहब महाराज भी कहते हैं, गुरु गोबिंद सिंह महाराज भी समझाते हैं, और इत्थे भी गल इत्थों ही शुरू होती है। एक मन पुरख ध्याए वरदाता, वरदाता भाव जो सारियां इच्छावां साडियां पूरियां कर रहा है। वरदाता का अर्थ है वरदाता, वर देने वाला। जिवें गुरु नानक साहब महाराज कहते हैं, नाल कुटुंब साथ वरदाता, ब्रह्मा पालन सृष्ट गया। ब्रह्मा ने जो सोचा कि मैं सृष्टि का आद लभा, नाल अपने बाकी देवतियां की भी सहायता लैंदा है। तो उत्थे गुरु नानक साहब महाराज जो वो वार्ता साडे सामने रखते ने, ते गुरु नानक साहब जी uses word वरदाता, व, but Bhatt Kal ji is using another word वरदाता. Meaning is same, there is no difference in the meaning, it's just about pronunciation. तो वर कह दिंदे ने, कदी बर कह दिंदे ने, जिवें वैसाखी नूं भी असीं कई वैसाखी कह दिंदे हैं, कई बैसाखी कह दिंदे ने। सो मैटर ऑफ वर्ड्स बट मीनिंग इज सेम। तो कहंदे उस वरदाता नूं, उस परमात्मा नूं, उस वरदाता नूं जो सारियां दातां दे रहा है, उस नूं पहलां एकाग्रता दे नाल भट्ट कल जी याद करते हैं। संत सहार सदा बिखियाता, सहार कहंदे ने सपोर्ट, आसरा, हौसला। कहते सारे संतां दे जेड़ा आसरा है ना, वो परमात्मा तू है जो कि सदा ही हाजर नाजर है, हर थां ते विख रहा है। हुण असीं नॉर्मल वरतदे हां विखिया व, बट इत्थे जेड़ा है वो बिखिया लिखिया बिखियाता है ना, असीं कहने हैं विखिया वेखिया, तो वही व है किसी थावां ते लैंग्वेज दे विच या एरिया वाइज जेड़ा है उसनूं अलग तरीके नाल असीं पढ़ लैंदे हां। तो बिखियाता इत्थे पढ़ते ने। संत सहार सदा बिखियाता, कहंदे संतां दे नाल तू हमेशा है, संतां दा तू आसरा है, ते हमेशा ही हर जगह ते तू विख रहा है। सरगुण निर्गुण निरंकार सुन समाधि आप। सरगुण रूप दे विच, निर्गुण रूप दे विच ऐ परमात्मा तू दिखाई देता है। हुण किसे सरगुण रूप दे विच भी वही परमात्मा है, जो भी चीज़ां दिख रही ने हर जगह ते वो परमात्मा ही है। तो कहंदे ऐ परमात्मा संतां दे विच तू ज़्यादा प्रतख रूप दे विच नजर आंदा है। जदों किसे दे अंदर असीं दया वेखदे हां, इफ वी सी सो मच कंपैशन इन समवन, ते लगदा है ते बड़ा ही प्यारा है। जदों कोई बड़ा ही धार्मिक लगता है, बड़ियां अच्छियां गल्लां करदा है, किते उहदे नाल गल करके साडे अंदर कोई जागृति आवे, अच्छा लगे, ते असीं कहने किते रब दे नेड़े है।
ਤੋ ਸੰਤ ਸਹਾਰ ਸਦਾ ਵਿਖਿਆਤਾ। ਕਹਿੰਦੇ ਜੇ ਤੂੰ ਸੰਤਾਂ ਦਾ ਆਸਰਾ ਹੈ, ਇਹ ਪਰਮਾਤਮਾ ਤੂੰ ਹਰ ਜਗ੍ਹਾ ਤੇ ਵਿਖਦਾ ਹੈ। ਤਾਸ ਚਰਨ ਲੈ ਹਿਰਦੈ ਬਸਾਵੋ। ਤਾਸ ਕਹਿੰਦੇ ਨੇ ਤੇਰੇ, ਉਸ ਦੇ, ਤੇਰੇ ਉਸ ਪਰਮਾਤਮਾ ਦੇ ਜਿਹੜੇ ਚਰਨ ਨੇ, ਲੈ ਹਿਰਦੇ ਬਸਾਵੋ, ਭਾਵ ਮੈਂ ਹਿਰਦੇ ਦੇ ਵਿੱਚ ਤੇਰੇ ਕਮਲ ਨੂੰ ਵਸਾਉਂਦਾ ਹਾਂ, ਤੇਰੇ ਚਰਨਾਂ ਨੂੰ ਵਸਾਉਂਦਾ ਹਾਂ, ਤੈਨੂੰ ਮੈਂ ਅੰਦਰ ਟਿਕਾਂਦਾ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਜਿਹੜਾ ਹੈ ਉਹ ਚਰਨਾਂ ਦੀ ਗੱਲ ਕੀਤੀ ਗਈ ਹੈ। ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਅਸੀਂ ਪੜ੍ਹਦੇ ਹਾਂ ਰੈਗੂਲਰ ਬਾਣੀ ਦੇ ਵਿੱਚ, ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਵੀ ਰੋਜ਼ ਉਹਦੀ ਭਗਤੀ ਕਰੋ। ਹੁਣ ਉਹਦੇ ਚਰਨ ਹਿਰਦੇ ਵਿੱਚ ਵਸਾਣਾ ਕੀ ਹੈ? ਕਿ ਕੋਈ ਫਿਜ਼ੀਕਲੀ ਚਰਨ ਨੇ ਜਿਹੜੇ ਅਸੀਂ ਪਹੁੰਚਣਾ ਹੈ ਜਿੱਥੇ ਤੱਕ? ਤਾਂ ਗੁਰਬਾਣੀ ਹੀ ਗੁਰਬਾਣੀ ਨੂੰ ਸਮਝਾਉਂਦੀ ਹੈ। ਨਾਮ ਪਦਾਰਥ ਹੋਏ ਸਕਾਰਥ, ਨਾਮ ਪਦਾਰਥ ਹੋਏ ਸਕਾਰਥ, ਹਿਰਦੈ ਚਰਨ ਬਸਾਏ। ਕਹਿੰਦੇ ਜਦੋਂ ਨਾਮ ਦਾ ਪਦਾਰਥ ਅੰਦਰ ਵਸਦਾ ਹੈ ਨਾ, ਮਾਨੋ ਉਹੀ ਪਰਮਾਤਮਾ ਦੇ ਚਰਨ ਨੂੰ ਵਸਾਣਾ ਹੈ, ਪਰਮਾਤਮਾ ਦੇ ਨਾਮ ਨੂੰ ਵਸਾਣਾ। ਚਰਨ ਤੋਂ ਭਾਵ ਪਰਮਾਤਮਾ ਦੇ ਨਾਮ ਨੂੰ ਵਸਾਣਾ। ਤੋ ਚਰਨ ਕਮਲ ਕੀ ਮੌਜ ਮੇਂ ਰਹੋ ਅੰਤ ਅਰਿਆਤ। ਤਾਂ ਇਹ ਗੁਰਬਾਣੀ ਵਾਰ-ਵਾਰ ਕਹਿੰਦੀ ਹੈ, ਜਦੋਂ ਮਨੁੱਖ ਕਿਸੇ ਤੋਂ ਕੁਰਬਾਨ ਜਾਂਦਾ ਹੈ ਤੇ ਉਹ ਸੋਚਦਾ ਹੈ ਮੈਂ ਉਹਦੇ ਚਰਨਾਂ ਦੇ ਥੱਲੇ ਆ ਜਾਵਾਂ, ਉਹਦੀ ਨਜ਼ਰਾਂ ਦੇ ਥੱਲੇ ਆ ਜਾਵਾਂ। ਸਿੱਖੀ ਕਹਿੰਦੇ ਆ ਜਦੋਂ ਅਰਦਾਸ ਕਰਦੇ ਆ ਪਰਮਾਤਮਾ ਦੇ ਅੱਗੇ, ਤੇ ਅਸੀਂ ਅਕਸਰ ਕਹਿੰਦੇ ਆ ਪਰਮਾਤਮਾ ਆਪਣੀ ਨਜ਼ਰਾਂ ਦੇ ਥੱਲੇ ਰੱਖੀ। ਅਸੀਂ ਇਹ ਤੇ ਨਹੀਂ ਕਹਿੰਦੇ ਪਰਮਾਤਮਾ ਨਜ਼ਰਾਂ ਦੇ ਉੱਪਰ ਰੱਖੀ। ਪਰਮਾਤਮਾ ਆਪਣੀ ਮਿਹਰ ਦੀ ਨਦਰ ਕਰੇ, ਆਪਣੀਆਂ ਨਜ਼ਰਾਂ ਦੇ ਥੱਲੇ ਰੱਖੀ। ਤੋ ਨਜ਼ਰ ਦੇ ਥੱਲੇ ਆਣਾ ਚਾਹੁੰਦਾ ਹੈ ਮਨੁੱਖ, ਪਰਮਾਤਮਾ ਦੇ ਚਰਨਾਂ ਦੇ ਥੱਲੇ ਆਣਾ ਚਾਹੁੰਦਾ ਹੈ। ਤਾਂ ਹੀ ਅਸੀਂ ਕਈ ਵਾਰ ਵੇਖਦੇ ਹਾਂ ਗੁਰੂ ਸਾਹਿਬ ਚਰਨ ਧੂੜ ਦੀ ਵੀ ਗੱਲ ਕਰਦੇ ਨੇ। ਤੋ ਨਜ਼ਰ ਦੇ ਥੱਲੇ, ਚਰਨਾਂ ਦੇ ਥੱਲੇ ਇੱਕ ਨਿਮਾਨਤਾ ਹੈ, ਹੰਬਲਨੈਸ ਹੈ। ਤੇ ਜਦੋਂ ਮਨੁੱਖ ਪ੍ਰਾਊਡੀ ਹੋ ਜਾਂਦਾ ਹੈ, ਜ਼ਿਆਦਾ ਹੰਕਾਰ ਆਉਂਦਾ ਹੈ, ਫਿਰ ਮਨੁੱਖ ਚਾਹੁੰਦਾ ਹੈ ਕਿ ਮੈਂ ਉੱਚਾ ਉੱਠਾਂ, ਲੋਕ ਮੇਰੇ ਨਾਲ ਸਿਰ ਚੁੱਕ ਕੇ ਗੱਲ ਕਰਨ, ਉੱਪਰ ਮੈਂ ਉੱਠਾਂ, ਉਚਾਈਆਂ ਨੂੰ ਛੂਆਂ, ਸਿਰ ਦੇ ਉੱਪਰ, ਨਜ਼ਰਾਂ ਤੋਂ ਉੱਪਰ। ਤੋਂ ਪਰ ਪਰਮਾਤਮਾ ਦੀ ਦੁਨੀਆ ਦੇ ਵਿੱਚ ਅਸੀਂ ਕਹਿੰਦੇ ਹਾਂ ਅਸੀਂ ਥੱਲੇ, ਨਿਮਰਤਾ। ਆਮ ਅਸੀਂ ਕਹਿੰਦੇ ਨੇ ਅਸੀਂ ਤੇ ਤੁਹਾਡੇ ਚਰਨਾਂ ਦੀ ਧੂੜ, ਚਰਨਾਂ ਦੇ ਥੱਲੇ। ਤੋ ਇਹ ਪਰਮਾਤਮਾ ਤੇਰੇ ਚਰਨ, ਭਾਵ ਹੈ ਪਰਮਾਤਮਾ ਤੇਰਾ ਨਾਮ, ਤੇਰੀ ਬੰਦਗੀ ਸਾਡੇ ਅੰਦਰ ਵਸੇ। ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਕਹਿੰਦੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਜੋ ਪਰਮ ਗੁਰੂ ਹੈ ਇਹ ਪਰਮਾਤਮਾ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਮੈਂ ਹੁਣ ਉਹਨਾਂ ਦੇ ਗੁਣ ਗਾਉਂਦਾ ਹਾਂ। ਹੁਣ ਪਰਮਾਤਮਾ ਜਿਹੜਾ ਹੈ, ਪਰਮਾਤਮਾ ਦੇ ਦਿਦਾਰੇ ਹੁੰਦੇ ਨੇ ਉਹਨਾਂ ਨੂੰ ਗੁਰੂ ਸਾਹਿਬਾਨਾਂ ਚੋਂ, ਭੱਟਾਂ ਨੂੰ। ਪਰਮਾਤਮਾ ਵੈਸੇ ਤੇ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਪਰ ਉੱਥੇ ਜ਼ਰਾ ਜ਼ਿਆਦਾ ਪ੍ਰਤੱਖ ਰੂਪ ਦੇ ਵਿੱਚ ਉਹਨਾਂ ਨੂੰ ਦਿਦਾਰੇ ਹੁੰਦੇ ਨੇ, ਦਿਖਦਾ ਹੈ। ਤਾਂ ਪਹਿਲਾਂ ਗੱਲ ਭਗਤੀ ਦੀ ਕੀਤੀ ਹੈ, ਪਹਿਲੇ ਗੱਲ ਉਸ ਸ਼ਕਤੀ ਦੀ ਕੀਤੀ ਹੈ, ਪਹਿਲੇ ਗੱਲ ਉਸ ਪਰਮਾਤਮਾ ਦੀ ਕੀਤੀ ਹੈ ਕਿ ਇਹ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਹਾਂ, ਤੇਰਾ ਹੀ ਰੂਪ ਜੋ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਮੈਨੂੰ ਨਜ਼ਰ ਆਉਂਦਾ ਹੈ। ਮੈਂ ਉਸ ਤੋਂ ਬਾਅਦ ਉਸ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦਾ ਹਾਂ। ਜਿਵੇਂ ਅਸੀਂ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰ ਕਹਿ, ਗੁਰੂ ਨਾਨਕ ਲਈ ਧਿਆਏ। ਪ੍ਰਥਮ ਭਗਉਤੀ ਸਿਮਰ ਕਹਿ, ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਇਹ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਭਗਉਤੀ ਕਹਿੰਦੇ ਨੇ ਸ਼ਕਤੀ, ਪਾਵਰ, ਤਾਕਤ। ਪ੍ਰਥਮ ਭਗਉਤੀ ਸਿਮਰ ਕਹਿ, ਗੁਰੂ ਨਾਨਕ ਲਈ ਧਿਆਏ। ਫਿਰ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਦਾ ਹੈ। ਤਾਂ ਕੁਝ ਐਸਾ ਹੀ ਹੈ ਇੱਥੇ ਵੀ, ਪਹਿਲਾਂ ਮੰਗਲ ਕਰਦੇ ਨੇ, ਮੰਗਲਾਚਰਨ ਕਰਦੇ ਨੇ। ਸਭ ਤੋਂ ਪਹਿਲਾਂ ਭੱਟ ਕਲ ਜੀ ਉਸ ਪਰਮਾਤਮਾ ਨੂੰ ਨਮਸਕਾਰ ਕਰਦੇ ਨੇ। ਫਿਰ ਉਸ ਤੋਂ ਬਾਅਦ ਅੱਗੇ ਗੱਲ ਚੱਲਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਦੇ ਵਿੱਚ। ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਕਹਿੰਦੇ ਮੈਂ ਉਸ ਤੋਂ ਬਾਅਦ ਨਾਨਕ ਜੀ ਦੇ ਜਿਹੜੇ ਨੇ ਮੈਂ ਉਹ ਗੁਣ ਗਾਉਂਦਾ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਵੀ ਐਸਾ ਕਹਿੰਦੇ ਨੇ, ਜਿਨ ਜਪਿਆ ਤਿਸ ਕਉ ਬਲਿਹਾਰ। ਵੀ ਜਿਨ੍ਹਾਂ ਨੇ ਵੀ ਉਸ ਪਰਮਾਤਮਾ ਨੂੰ ਜਪਿਆ ਹੈ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਵੀ ਤੈਨੂੰ ਜਪਿਆ ਹੈ। ਔਰ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਨੇ ਵੀ ਜਿਹੜੇ ਵੀ ਨਾਮ ਦੇ ਨਾਲ ਤੈਨੂੰ ਜਪਿਆ ਹੈ, ਇਟ ਇਜ਼ ਨਾਟ ਮੈਟਰ ਆਫ
by which name did people meditate on you? ਉਹਨਾਂ ਨੇ ਰਾਮ ਕਿਹਾ ਹੈ ਕਿ ਅੱਲਾਹ ਕਿਹਾ ਹੈ ਕਿ ਵਾਹਿਗੁਰੂ ਕਿਹਾ ਹੈ ਬਲਿਹਾਰੇ ਜਾਓ ਜੇਤੇ ਤੇਰੇ ਨਾਮ ਹੈ, ਜਿੰਨੇ ਤੇਰੇ ਨਾਮ ਨੇ ਉਹਨਾਂ ਤੋਂ ਵੀ ਬਲਿਹਾਰ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜਿਨ ਜਪਿਆ ਤਿਸ ਕੋ ਬਲਿਹਾਰ, ਜਿਨ੍ਹਾਂ ਨੇ ਵੀ ਇਹ ਪਰਮਾਤਮਾ ਤੈਨੂੰ ਜਪਿਆ ਹੈ, ਜਿਨ੍ਹਾਂ ਨੇ ਵੀ ਤੇਰੇ ਨਾਮ ਨੂੰ ਯਾਦ ਕੀਤਾ ਹੈ, ਉਹਨਾਂ ਸਾਰਿਆਂ ਤੋਂ ਹੀ ਅਸੀਂ ਬਲਿਹਾਰ ਜਾਂਦਾ, ਮੈਂ ਕੁਰਬਾਨ ਜਾਂਦਾ। ਤਾਂ ਐਸਾ ਹੀ ਅਸੀਂ ਕਹਿ ਸਕਦੇ ਹਾਂ ਇੱਥੇ ਵੀ ਉਹੀ ਚੀਜ਼ ਸਾਹਮਣੇ ਆ ਰਹੀ ਹੈ ਭੱਟ ਕਲ ਜੀ ਦੇ ਰੂਪ ਦੇ ਵਿੱਚ। ਉਹ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਦੇ ਨੇ ਤੇ ਦੇਖਦੇ ਨੇ ਵੀ ਇਹਨਾਂ ਦੇ ਅੰਦਰ ਪਰਮਾਤਮਾ ਬੋਲਦਾ ਹੈ, ਇਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ। ਤੋ ਜੈਸਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਨ ਜਪਿਆ ਤਿਸ ਕੋ ਬਲਿਹਾਰ, ਐਸਾ ਹੀ ਜਿਹੜਾ ਹੈ ਭੱਟ ਕਲ ਜੀ ਵੀ ਕਹਿ ਰਹੇ ਨੇ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਉਹ ਪਰਮ ਗੁਰੂ, ਉਹ ਮਹਾਨ ਸ਼ਖਸੀਅਤ ਗੁਰੂ ਨਾਨਕ ਸਾਹਿਬ ਜੀ, ਮੈਂ ਤੁਹਾਡੇ ਗੁਣ ਜਿਹੜਾ ਹੈ ਉਹ ਮੈਂ ਗਾਣ ਲੱਗਾ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਕਹਿੰਦੇ ਮੈਂ ਗੁਣ ਗਾਉਂਦਾ ਕਿਦੇ, ਜੋ ਪਰਮ, ਪਰਮ ਕਹਿੰਦੇ ਨੇ ਸੁਪਰੀਮ, ਹਾਈਐਸਟ ਵਰਚੂ, सुप्रीम टॉप। तो कहते जो परम गुरु है, महान गुरु, सिरमौर गुरु, और कैसा है सुख सागर, जो गुणा दा सागर है, जिदे विच बेअंत ही गुण है। कैसे गुण ने, दुरत निवारण शब्द सरे, कहते दुरत, दुरत कहते ने पाप नू, दुखां नू, कहते साडे सारे दुख, ਸਾਡੇ ਸਾਰੇ ਪਾਪ ਜਿਹੜੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦੇ ਨਾਲ ਜਿਹੜੇ ਨੇ, ਉਹ ਸ਼ਬਦ ਦਾ ਜਿਹੜਾ ਸੋਮਾ ਹੈ, ਭਾਵ ਸ਼ਬਦ ਸਰੇ ਕਹਿੰਦੇ ਨੇ ਸਮੁੰਦਰ ਨੂੰ, ਤੇ ਸ਼ਬਦ ਦਾ ਸਮੁੰਦਰ ਹੈ ਤੇ ਉਹਦੇ ਵਿੱਚੋਂ ਜੋ ਬਾਣੀ ਨਿਕਲ ਰਹੀ ਹੈ ਉਹਦੇ ਨਾਲ ਸਾਡੇ ਸਾਰੇ ਪਾਪ ਧੋਤੇ ਜਾਂਦੇ ਨੇ, ਜਿਸ ਹਿਸਾਬ ਨਾਲ ਗੁਰਬਾਣੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਗਾਵੋ ਗੁਣ, ਤੋ ਗਾਣਾ ਵੀ ਇੱਕ ਕਲਾ ਹੈ। ਗਾਣਾ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਣਾ, ਆਮ ਭਾਸ਼ਾ ਚ ਅਸੀਂ ਕਹਿ ਦਿੰਦੇ ਹਾਂ ਗਾਣਾ ਕਲਾ ਹੈ। ਸੋ ਵਨ ਪੁਆਇੰਟ ਆਫ ਵਿਊ ਇਜ਼ ਗਾਣਾ ਕਲਾ ਹੈ, singing is an art, but another point of view is singing is not an art। गाना कोई कला नहीं है, गाना कला है। दूसरे पक्ष तो वेखिए तो गाना कला नहीं है। कोई गा रहा है गाने, कोई गा रहा है गीत, कोई दे रहा है स्टेज परफॉर्मेंस, the one who wants to show their vocal cords, the one who wants to show their tunings, अपना सुरीलापन। पर गाना गुरबाणी ਦੇ ਮੁਤਾਬਕ ਅਗਰ ਵੇਖੀਏ ਤੇ ਗੁਰਬਾਣੀ ਕਹਿੰਦੀ ਹੈ ਗਾਣਾ ਕਲਾ ਨਹੀਂ ਹੈ, ਗਾਣਾ ਤੇ ਇੱਕ ਬੰਦਗੀ ਹੈ, ਗਾਣਾ ਇੱਕ ਸਿਮਰਨ ਹੈ, ਗਾਣਾ ਤੇ ਪਰਮਾਤਮਾ ਦੀ ਯਾਦ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਕਹਿੰਦੇ ਉਹਦੇ ਗੁਣਾਂ ਨੂੰ ਗਾਣਾ ਤੇ ਬੰਦਗੀ ਹੈ। ਅਸੀਂ ਕਹਿ ਦਿੰਦੇ ਹਾਂ ਕੋਈ ਗਾਇਕ ਹੈ, ਗਾਇਕ ਦੇ ਲਈ ਅਸੀਂ ਅੱਖਰ ਵਰਤ ਸਕਦੇ ਹਾਂ। ਕੋਈ ਗਾ ਰਿਹਾ ਹੈ ਗਾਇਕ ਤੇ ਉਹ ਕਲਾਕਾਰ ਹੋਵੇਗਾ, ਪਰ ਕਈ ਵਾਰ ਅਸੀਂ ਰਾਗੀਆਂ ਲਈ ਵੀ ਕਹਿ ਦਿੰਦੇ ਹਾਂ ਵੀ ਕਲਾਕਾਰ ਹੈ ਜੀ। ਤਾਂ ਗਾਣਾ ਜਦੋਂ ਰੱਬ ਦੇ ਰੂਪ ਵਿੱਚ ਹੋ ਜਾਂਦਾ ਹੈ, ਜਦੋਂ ਰੱਬ ਦੇ ਲਈ ਗਾਇਆ ਜਾਂਦਾ ਹੈ, ਤੇ ਗੁਰਬਾਣੀ ਕੀ ਕਹਿੰਦੀ ਹੈ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਹਦੇ ਗੁਣਾਂ ਨੂੰ ਗਾਣਾ ਤੇ ਬੰਦਗੀ ਹੈ, ਇਹ ਕੋਈ ਕਲਾ ਨਹੀਂ, ਹੁਨਰ ਨਹੀਂ। ਇਸ ਲਈ ਅਸੀਂ ਸਾਰੇ ਹੀ ਗਾ ਸਕਦੇ ਹਾਂ, ਗੁਰਬਾਣੀ ਪੜ੍ਹ ਸਕਦੇ ਹਾਂ। ਜੋ ਅਸੀਂ ਪੜ੍ਹਦੇ ਹਾਂ ਭਾਵੇਂ ਸੁਰ ਚ ਹੋਈਏ ਭਾਵੇਂ ਬੇਸੁਰੇ ਹੋਈਏ, ਪਰ ਅੰਦਰ ਯਾਦ, ਅੰਦਰ ਪਿਆਰ ਬਣ ਜਾਂਦਾ ਹੈ। ਕਿਉਂ? ਕਿਉਂਕਿ ਉਹ ਗਾਣਾ ਸੁਰ ਨਾਲ ਭਾਵੇਂ ਨਾ ਜੁੜਿਆ ਹੋਵੇ ਪਰ ਬੰਦਗੀ ਦੇ ਨਾਲ ਜੁੜ ਜਾਂਦਾ ਹੈ। ਤਾਂ ਐਸੇ ਗਾਣੇ ਦੇ ਇੱਥੇ ਭਗਤ ਆਪਣੇ ਭੱਟ ਕਲ ਜੀ ਵੀ ਗੱਲ ਕਰਦੇ ਨੇ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਤੇ ਇਹ ਸ਼ਬਦ ਦਾ ਜਿਹੜਾ ਸੋਮਾ ਹੈ, ਗਿਆਨ ਦਾ ਜਿਹੜਾ ਸੋਮਾ ਹੈ, ਇਹਦੇ ਨਾਲ ਮੇਰੇ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੁੰਦੇ ਜਾ ਰਹੇ ਨੇ, ਔਰ ਸਾਰੇ ਦੁੱਖ ਜਿਹੜੇ ਨੇ ਇਸ ਨਾਮ ਦੇ ਨਾਲ ਹੀ ਸਾਡੇ ਦੂਰ ਹੁੰਦੇ ਨੇ। ਉਸ ਨੂੰ ਗਾ ਰਹੇ ਨੇ। ਤਾਂ ਕਹਿੰਦੇ ਨੇ ਇਹਨੂੰ ਹੋਰ ਵੀ ਬਹੁਤ ਲੋਕ ਗਾ ਰਹੇ ਨੇ। ਇੱਕ ਇੱਥੇ ਕਹਿ ਰਹੇ ਨੇ ਵੀ ਗਾਵੋ, ਵੀ ਤੁਸੀਂ ਗਾਵੋ ਉਸ ਪਰਮਾਤਮਾ ਦੇ ਗੁਣਾਂ ਨੂੰ। ਫਿਰ ਦੱਸਦੇ ਨੇ ਕੌਣ ਕੌਣ ਗਾ ਰਿਹਾ।
ਉਹ ਜੋ ਪਰਮਾਤਮਾ ਦੇ ਗੁਣ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਵਿੱਚ ਨਜ਼ਰ ਆ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤ ਕਰ ਰਹੇ ਨੇ ਭੱਟ ਕਲ ਜੀ। ਔਰ ਰਿਸਰਚਰ ਇੱਥੋਂ ਤੱਕ ਵੀ ਮੰਨਦੇ ਨੇ ਇਹ ਜਿਹੜੇ 11 ਭੱਟ ਸਨ ਇਹ 11 ਪੰਡਿਤ ਸਨ। ਤੋ ਇਹ ਪੰਡਿਤ ਵੀ ਇਹ ਭੱਟ ਵੀ ਜਿਹੜੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣ ਗਾ ਰਹੇ ਨੇ। ਸਾਨੂੰ ਵੀ ਕਹਿ ਰਹੇ ਨੇ ਵੀ ਤੁਸੀਂ ਗਾਓ, ਪਰਮਾਤਮਾ ਨੂੰ ਯਾਦ ਕਰੋ। ਗਾਵ ਹੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਕਹਿੰਦੇ ਕੌਣ ਕੌਣ ਗਾ ਰਿਹਾ ਹੈ? ਗਾਵ ਹੈ ਗੰਭੀਰ, the one who looks so serious, ਜਿਹੜੇ ਬੜੇ ਸੀਰੀਅਸ ਲੱਗ ਰਹੇ ਨੇ, ਬੜੇ ਕਈ ਸਾਧੂ ਨੇ, ਕਈ ਸੰਤ ਨੇ, ਨਹੀਂ ਜ਼ਿਆਦਾ ਗੱਲ ਕਰਦੇ। ਜੋ ਵੀ ਉਸ ਨੂੰ ਗਾ ਰਿਹਾ ਭਾਵੇਂ ਉਹ ਚੁੱਪ ਹੈ, ਸ਼ਾਂਤ ਹੈ, ਮੈਟਰ ਇਹ ਨਹੀਂ ਕਰਦਾ ਕਿ ਉਹਦਾ ਬਾਹਰੀ ਦਿਖਾਵਾ ਸੰਤ ਵਾਲਾ ਹੈ ਕਿ ਨਹੀਂ, ਪਰ ਕੋਈ ਗਾ ਰਿਹਾ ਹੈ, ਗੰਭੀਰ ਹੈ, ਬੜਾ ਸੀਰੀਅਸਲੀ ਉਸਦਾ ਨਾਮ ਜਪ ਰਿਹਾ ਹੈ। ਕਿਉਂਕਿ ਕਿਉਂ ਕਹਿ ਰਹੇ ਨੇ ਸੀਰੀਅਸਲੀ? ਕਿਉਂਕਿ ਕਈ ਵਾਰੀ ਅਸੀਂ ਸਿਰਫ ਬਾਣੀ ਪੜ੍ਹਦੇ ਹਾਂ ਬਸ ਵੈਸੇ ਪੜ੍ਹਨ ਦੇ ਲਈ। Sometimes we just read ਗੁਰਬਾਣੀ just for reading actually. ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਸ ਨੂੰ ਪ੍ਰੈਕਟੀਕਲ ਵੀ ਕਰਨਾ, just to read. This is good to read Japji Sahib in the morning, so that is why I am doing Japji Sahib. Sometimes we just behave like this. We start Ek Oankar Satnam Karta Purkh. Then the more we are reading Gurbani and we lost somewhere, the moment slok comes Pavan Guru Pani Pita Mata Tirth Mahat, then we just came back. Oh, okay, Japji Sahib ਦੀ ਬਾਣੀ ਪੜ੍ਹ ਲਈ ਅਸੀਂ, okay, ਲਾਸਟ ਤੇ ਪਹੁੰਚ ਗਏ ਆ। ਐਵੇਂ ਸਾਡੇ ਨਾਲ ਕਈ ਵਾਰੀ ਹੁੰਦਾ ਹੈ, ਇਧਰੋਂ ਬਾਣੀ ਸ਼ੁਰੂ ਹੁੰਦੀ ਹੈ ਤੇ ਇਧਰੋਂ ਸਾਡੇ ਖਿਆਲ ਸ਼ੁਰੂ ਹੋ ਜਾਂਦੇ ਨੇ। तो लास्ट पौड़ियां ते पहुंच के आखिरी पंक्तियां ते पहुंच के फिर ਅਸੀਂ ਕਿਤੇ ਰਿਟਰਨ ਕਰ ਲੈਂਦੇ ਹਾਂ। ਡੇਲੀ ਲਾਈਫ, ਡੇਲੀ ਐਕਸਪੀਰੀਅੰਸ ਰੋਜ਼ ਹੀ ਹੁੰਦਾ ਹੈ ਸਾਡੇ ਲਈ, ਇਸ ਲਈ ਸਾਨੂੰ ਇਕਾਗਰਤਾ ਨਾਲ ਪੜਨ ਲਈ ਵੀ ਕਿਹਾ ਗਿਆ। ਹੁਣ ਇਹਦਾ ਮਤਲਬ ਇਹ ਵੀ ਨਹੀਂ ਲੈਣਾ ਵੀ ਜੇ ਇਕਾਗਰਤਾ ਨਹੀਂ ਹੋ ਰਹੀ ਤੇ ਬਾਣੀ ਨਹੀਂ ਪੜਨੀ, ਨਹੀਂ, ਬਾਣੀ ਪੜਨੀ ਹੈ ਤਾਂ ਜੋ ਅਸੀਂ ਇਕਾਗਰ ਹੋ ਸਕੀਏ। ਮੈਡੀਸਿਨ ਖਾਣੀ ਹੈ ਨਾਮ ਦੀ ਤਾਂ ਜੋ ਅਸੀਂ ਤੰਦਰੁਸਤ ਹੋ ਸਕੀਏ। ਜਦੋਂ ਤੰਦਰੁਸਤ ਹੋ ਗਏ so then medicine ਦੀ ਕੋਈ ਜ਼ਰੂਰਤ ਨਹੀਂ ਹੁੰਦੀ। The one who is healthy, he doesn't need any kind of any medicines. But if we are unwell, unhealthy, ill, sickness, then definitely we need some medicines for cure. तो ਜਦੋਂ ਠੀਕ ਹੋ ਗਏ ਉਦੋਂ ਮੈਡੀਸਿਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਮੈਡੀਸਿਨ ਦਾ ਕੰਮ ਕੀ ਹੈ? ਠੀਕ ਕਰਨਾ। ਬਾਣੀ ਸਾਡੇ ਲਈ ਹੈ, ਅਸੀਂ ਉਸ ਨੂੰ ਪੜ੍ਹਨਾ ਹੈ ਤਾਂ ਜੋ ਸਾਡਾ ਕੰਸੈਂਟਰੇਸ਼ਨ ਹੋ ਸਕੇ, ਸਾਡੇ ਪਾਪ ਨਿਵਰਤ ਹੋ ਸਕਣ, ਸਾਡੇ ਦੁੱਖ ਖਤਮ ਹੋ ਸਕਣ। ਖੈਰ, ਗਾਵ ਹੈ ਗੰਭੀਰ ਧੀਰ, ਧੀਰਜਵਾਨ, ਸੈਟਿਸਫਾਈਡ, ਜੋ ਸ਼ਾਂਤ ਹੈ, ਜੋ ਸੈਟਿਸਫਾਈਡ ਹੈ, ਜਿਹਦੇ ਅੰਦਰ ਧੀਰਜ ਹੈ, ਸੰਤੋਖ ਹੈ, ਉਹ ਵੀ ਤੈਨੂੰ ਹੀ ਗਾ ਰਹੇ ਨੇ ਤਾਂ ਹੀ ਸੰਤੋਖੀ ਬਣੇ ਨੇ। ਸੰਤੋਖੀ ਕਿਵੇਂ ਬਣੇ? ਤੈਨੂੰ ਜਪ ਜਪ ਕੇ। ਬਿਨਾ ਸੰਤੋਖ ਨਹੀਂ ਕੋਈ ਰਾਜਾ, ਬਿਨਾ ਸੰਤੋਖ ਤੋਂ ਕੋਈ ਰਾਜਾ ਨਹੀਂ ਹੁੰਦਾ। ਉਹ ਰਾਜਾ ਕਹਿੰਦੇ ਨੇ ਰੱਜਿਆ ਹੋਇਆ, तो ਜਿਹੜਾ ਰੱਜਿਆ ਹੋਇਆ ਹੈ ਉਹ ਫਿਰ ਰਾਜਾ ਹੀ ਹੈ। ਬਿਨਾ ਸੰਤੋਖ ਨਹੀਂ ਕੋਈ ਰਾਜ। तो जो रज गया है, जो कह दे भी हाँ मैं रजिया, सैटिस्फाइड हाँ, ਤੇ ਉਹ ਰਾਜਾ ਹੀ ਹੈ। ਹੁਣ ਉਸ ਨੂੰ ਜਿਹੜਾ ਹੈ ਅਸੀਂ ਡੁਲਾ ਨਹੀਂ ਸਕਦੇ। तो गाव है गंभीर धीर मत सागर। ਹੁਣ ਕਹਿੰਦੇ ਗਾ ਰਹੇ ਨੇ ਇਹ ਸਾਰੇ ਤੈਨੂੰ ਮਤ ਸਾਗਰ, ਜੋ ਬੜੇ ਗਿਆਨਵਾਨ ਨੇ, ਜਿਹੜੇ ਨੌਲੇਜੇਬਲ ਨੇ, ਜਿਹਦਾ ਕੋਲ ਜਿੰਨੀ ਵੀ ਨੌਲੇਜ ਆ ਉਹ ਵੀ ਤੈਨੂੰ ਹੀ ਗਾ ਰਹੇ ਨੇ। ਜੋਗੀ ਜੰਗਮ ਧਿਆਨ ਧਰੇ, ਕਹਿੰਦੇ ਫਿਰ ਜਿੰਨੇ ਵੀ ਜੋਗੀ ਨੇ ਨਾ ਇਹ ਵੀ ਤੈਨੂੰ ਹੀ ਗਾ ਰਹੇ ਨੇ। ਜਿਹੜੇ ਬਾਹਰ ਘੁੰਮ ਰਹੇ ਨੇ ਜੋਗੀ ਨੇ ਇਹ ਵੀ ਤੈਨੂੰ ਗਾ ਰਹੇ ਨੇ। ਜੰਗਮ ਧਿਆਨ ਧਰੇ, ਹੁਣ ਜੰਗਮ ਵੀ ਜਿਹੜੇ ਨੇ ਉਹ ਤੈਨੂੰ ਗਾ ਰਹੇ ਨੇ। ਜੰਗਮ ਕਹਿੰਦੇ ਨੇ ਚਲਦੇ ਹੋਏ, ਚਲਦਾ ਫਿਰਦਾ। ਅਸਥਾਵਰ ਜੰਗਮ ਕੀਟ ਪਤੰਗਮ, ਅਸਥਾਵਰ ਜੰਗਮ ਕੀਟ ਪਤੰਗਮ। ਅਸਥਾਵਰ ਕਹਿੰਦੇ ਨੇ ਰੁਕਿਆ ਹੋਇਆ, ਜਿਵੇਂ ਪਹਾੜ ਰੁਕਿਆ ਹੋਇਆ, ਅਚਲ। ਜੰਗਮ ਜੋ ਚੱਲ ਰਿਹਾ, ਚਲ ਚਲ, ਜੰਗਮ ਅਚਲ, ਪਹਾੜ ਅਸਥਾਵਰ ਰੁਕਿਆ ਹੋਇਆ। ਤੋ ਜੰਗਮ ਕਹਿੰਦੇ ਨੇ ਤੁਰਨ ਫਿਰਨ ਵਾਲੇ, ਜੋ ਇੱਕ ਥਾਂ ਤੋਂ ਦੂਜੀ ਥਾਂ ਤੇ ਤੁਰ ਰਹੇ ਹਨ। शिव जी दे उपासकों दे विचों एक टोला है जिहदा नाम है जंगम। वो टुरदे फिरदे रहिंदे ने, उन्हां कोल एक बैल हुंदी है, बैल वजांदे ने। दे डोंट नॉक एनीवनस डोर, दे जस्ट रिंग दैट बैल। बैल वजांदे ने
ਤੇ ਕੋਈ ਆ ਕੇ ਉਹਨਾਂ ਨੂੰ ਜੋ ਦੇ ਦਿੰਦਾ ਉਹਦੇ ਨਾਲ ਉਹ ਗੁਜ਼ਾਰਾ ਕਰਦੇ। ਉਹਦੇ ਵਿੱਚ ਵੀ ਦੋ ਤਰੀਕੇ ਦੇ ਹੁੰਦੇ ਨੇ, ਇੱਕ ਨੂੰ ਕਹਿੰਦੇ ਨੇ ਤਤ ਸਥਲ, ਦੂਸਰੇ ਨੂੰ ਕਹਿੰਦੇ ਨੇ ਗੁਰੂ ਸਥਲ। ਤਤ ਸਥਲ ਉਹ ਹੁੰਦੇ ਨੇ ਜਿਹੜੇ ਵਿਆਹ ਨਹੀਂ ਕਰਦੇ, ਅਨਮੈਰਿਡ ਵਨਸ, ਬ੍ਰਹਮਚਾਰੀ। ਗੁਰੂ ਸਥਲ ਉਹ ਹੁੰਦੇ ਨੇ ਜਿਹੜੇ ਵਿਆਹ ਕਰ ਲੈਂਦੇ ਨੇ। ਤੋ ਹੁਣ ਇੱਥੇ ਦੋਨਾਂ ਦੀ ਗੱਲ ਕਰਦੇ ਨੇ ਭੱਟ ਕਲ ਚ। ਕਹਿੰਦੇ ਭਾਵੇਂ ਕੋਈ ਨਾ ਵਿਆਹ ਕਰਨ ਵਾਲੇ ਹੋਣ, ਬ੍ਰਹਮਚਾਰੀ ਹੋਣ, ਭਾਵੇਂ ਕੋਈ ਵਿਆਹ ਕਰਨ ਵਾਲੇ ਹੋਣ, ਇਹ ਜੋ ਗਲੀਆਂ ਵਿੱਚ ਘੁੰਮ ਘੁੰਮ ਕੇ ਵੀ ਜੋ ਗਾ ਰਹੇ ਨੇ ਨਾ, ਇਹ ਵੀ ਗੁਰੂ ਨਾਨਕ ਸਾਹਿਬ ਤੈਨੂੰ ਹੀ ਗਾ ਰਹੇ ਨੇ। ਧਿਆਨ ਧਰੇ, ਉਹਨਾਂ ਦੇ ਧਿਆਨ ਦੇ ਵਿੱਚ ਕੌਣ ਹੈ? ਉਹਨਾਂ ਦੇ ਧਿਆਨ ਦੇ ਵਿੱਚ ਵੀ ਜਿਹੜਾ ਹੈ ਉਹ ਤੂੰ ਹੀ ਹੈ। ਇਹ ਸਾਰੇ ਤੈਨੂੰ ਗਾ ਰਹੇ ਨੇ। ਹੋਰ ਕੌਣ ਗਾ ਰਿਹਾ ਹੈ? ਗਾਵਹਿ ਇੰਦਰਾਤ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ। ਕਹਿੰਦੇ ਜਿਹੜੇ ਇੰਦਰ ਨੇ, ਜੇ ਕੋਈ ਇੰਦਰ ਦੇਵਤਾ ਹੈ, ਜੇ ਉਹ ਵੀ ਕਿਸੇ ਨੂੰ ਗਾ ਰਿਹਾ ਹੈ, ਬੰਦਗੀ ਕਰ ਰਿਹਾ, ਤੇ ਗੁਰੂ ਨਾਨਕ ਸਾਹਿਬ ਉਹ ਤੁਹਾਡੀ ਕਰ ਰਹੇ। ਕਿਉਂ? ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਦੇ ਦੀਦਾਰੇ ਹੋ ਰਹੇ। ਗੁਰ ਪਰਮੇਸ਼ਰ ਇੱਕੋ ਜਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੋਰ ਵੀ ਕਈ ਅਸਤੀਆਂ ਪੰਕਤੀਆਂ ਆਉਂਦੀਆਂ ਨੇ। ਭਗਤ ਪ੍ਰਹਿਲਾਦਿਕ, ਭਗਤ ਪ੍ਰਹਿਲਾਦ ਵੀ ਕਹਿੰਦੇ ਵਾਰ-ਵਾਰ ਗਾ ਰਿਹਾ, ਤੇ ਕਿਹਨੂੰ ਗਾ ਰਿਹਾ? ਗੁਰੂ ਨਾਨਕ ਸਾਹਿਬ, ਉਹ ਵੀ ਤੁਹਾਡਾ ਹੀ, ਤੁਹਾਨੂੰ ਯਾਦ ਕਰ ਰਿਹਾ। ਭਗਤ ਪ੍ਰਹਿਲਾਦ ਦਾ ਪਿਤਾ ਸੀ ਹਰਨਾਕਸ਼। ਉਹ ਚਾਹੁੰਦਾ ਸੀ ਕਿ ਉਹਦਾ ਨਾਮ ਜਪੇ ਪ੍ਰਹਿਲਾਦ, ਪਰ ਪ੍ਰਹਿਲਾਦ ਉਹਦਾ ਨਾਮ ਜਪਦਾ ਨਹੀਂ ਸੀ। ਉਹ ਜਿਹੜਾ ਸੀ ਕਹਿੰਦਾ ਸੀ ਬਈ ਮੈਂ ਜਲੇ ਹਰੀ, ਉਹ ਜਲੇ ਹਰਨਾਕਸ਼ ਥਲੇ ਹਰਨਾਕਸ਼, ਮੈਂ ਜਿਹੜਾ ਹੈ ਨਹੀਂ ਬੋਲਣਾ। ਤੂੰ ਪਰਮਾਤਮਾ ਨਹੀਂ ਹੈ, ਤੂੰ ਹਰ ਥਾਂ ਹਾਜ਼ਰ ਨਾਜ਼ਰ ਨਹੀਂ ਹੈ। ਤਾਂ ਬਹੁਤ ਸਾਰੇ ਲੋਕਾਂ ਨੇ ਤੇ ਉਸ ਨੂੰ ਨਾਮ ਜਪਣਾ ਸ਼ੁਰੂ ਕਰ ਦਿੱਤਾ ਸੀ, ਪਰ ਭਗਤ ਪ੍ਰਹਿਲਾਦ ਜਿਹੜਾ ਸੀ, ਉਸਨੇ ਆਪਣੇ ਥਾਂ ਦੇ ਉੱਤੇ ਟਿਕਣਾ ਰਹਿਣਾ ਕੀਤਾ, ਔਰ ਉਸਨੇ ਉਸਦਾ ਨਾਮ ਨਹੀਂ ਜਪਿਆ। ਕਹਿੰਦੇ ਉਹ ਜਿਹੜਾ ਵੀ ਨਾਮ ਜਪਦਾ ਸੀ, ਭਾਵੇਂ ਉਹਨੂੰ ਰਾਮ ਕਹਿ ਲਓ, ਭਾਵੇਂ ਹਰੀ ਕਹਿ ਲਵੋ, ਕਹਿੰਦੇ ਉਹ ਵੀ ਹੈ ਪਰਮਾਤਮਾ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਤੁਹਾਨੂੰ ਯਾਦ ਕਰ ਰਿਹਾ ਸੀ। ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ। ਕਹਿੰਦੇ ਜਿਨ੍ਹਾਂ ਨੇ ਆਤਮਾ ਦਾ ਰਸ ਜਾਣਿਆ, ਜਿਨ੍ਹਾਂ ਨੂੰ ਅੰਦਰੋਂ ਕੁਝ ਸਮਝ ਆਈ ਹੈ, ਉਹ ਵੀ ਜਿਹੜੇ ਨੇ ਇਹ ਗੁਰੂ ਸਾਹਿਬ ਤੁਹਾਨੂੰ ਯਾਦ ਕਰ ਰਹੇ ਨੇ। ਕਿਉਂ? ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿੱਚੋਂ ਪਰਮਾਤਮਾ ਦੇ ਹੀ ਦਰਸ਼ਨ ਦੀਦਾਰੇ ਕਰ ਰਹੇ ਨੇ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਕਬ ਕਲ, ਕਲ ਭੱਟ ਜੀ ਦਾ ਨਾਮ ਹੈ। ਕਲ ਸਹਾਰ ਵੀ ਅਸੀਂ ਪੜ੍ਹਦੇ ਹਾਂ। ਸੁਜਸ ਗਾਵੋ ਗੁਰੂ ਨਾਨਕ, ਸੁਜਸ ਸੋਹਣਾ ਜਸ, ਸੋਹਣੇ ਬੋਲ। ਕਹਿੰਦੇ ਗੁਰੂ ਨਾਨਕ ਸਾਹਿਬ ਲਈ ਮੈਂ ਗਾ ਰਿਹਾ ਹਾਂ। ਰਾਜ ਜੋਗ ਜਿਨ ਮਾਣਿਓ, ਕਹਿੰਦੇ ਉਹ ਰਾਜੇ ਵੀ ਸਨ, ਉਹ ਜੋਗੀ ਵੀ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੇਅੰਤ ਗੁਣਾਂ ਦੇ ਵਿੱਚੋਂ ਇੱਕ ਗੁਣ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੋਰ, ਜਿਹੜਾ ਹੈ ਰਾਜ ਯੋਗੀ। ਪਹਿਲਾਂ ਕੀ ਹੁੰਦਾ ਸੀ? ਜਿਹੜੇ ਸਾਧੂ ਹੁੰਦੇ ਸਨ ਨਾ, ਉਹ ਘਰ ਪਰਿਵਾਰ ਛੱਡ ਦਿੰਦੇ ਸਨ ਜਾਂ ਵਿਆਹ ਹੀ ਨਹੀਂ ਕਰਦੇ ਸਨ, ਧਨ ਸੰਪਦਾ ਛੱਡਣਾ ਜ਼ਰੂਰੀ ਸਮਝਦੇ ਸਨ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਜ, ਭਾਵ ਧਨ ਦੌਲਤ ਵੀ ਹੈ, ਪਤਨੀ ਵੀ ਹੈ, ਬੱਚੇ ਵੀ ਨੇ, ਕਰਤਾਰਪੁਰ ਸਾਹਿਬ ਵੀ ਵਸਾਇਆ ਹੈ, ਰਹੇ ਨੇ ਉੱਥੇ। ਰਾਜ ਜੋਗ ਜਿਨ ਮਾਣਿਓ, ਬਈ ਰਾਜਾ ਵੀ ਹੈ ਜੋ ਯੋਗੀ ਵੀ ਹੈ, ਜਿਹਦੇ ਕੋਲ ਦੋਨੋਂ ਹੀ ਚੀਜ਼ਾਂ ਨੇ। ਤੇ ਤੁਸੀਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਐਸੀ ਸ਼ਖਸੀਅਤ ਹੋ ਜਿਨ੍ਹਾਂ ਨੇ ਇੱਕ ਵੀ ਚੀਜ਼ ਦਾ ਤਿਆਗ ਨਹੀਂ ਕੀਤਾ। ਨਾਰਮਲੀ ਵਾਟ ਯੂਜ਼ਡ ਟੂ ਹੈਪਨ, ਜਿਹੜੇ ਸਾਧੂ ਹੁੰਦੇ ਸਨ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਸੀ। ਜਦੋਂ ਸਾਧੂ ਨੂੰ ਜ਼ਰੂਰਤ ਪੈਂਦੀ ਸੀ ਤੇ ਉਹ ਪੈਸੇ ਮੰਗਣ ਜਾਂਦਾ ਸੀ ਰਾਜੇ ਕੋਲ। ਰਾਜੇ ਦੇ ਅੱਗੇ ਹੱਥ ਕਰਨੇ ਪੈਂਦੇ ਸਨ, ਵੀ ਰਾਜਨ ਕੁਛ ਦੋ, ਭਿਕਸ਼ਾ ਦੋ, ਅਸੀਂ ਆਪਣਾ ਗੁਜ਼ਾਰਾ ਕਰੀਏ। ਤੇ ਜਿਹੜੇ ਰਾਜੇ ਹੁੰਦੇ ਸਨ ਉਹਨਾਂ ਕੋਲ ਪੈਸਾ ਕਾਫੀ ਹੋ ਜਾਂਦਾ ਸੀ, ਪਰ ਜਦੋਂ ਅੰਦਰ ਬੇਚੈਨੀ ਬਣਦੀ ਸੀ, if they were in depression, if they are in tension, if they are facing any problems, mental illness, then they used to go to saints। ਫਿਰ ਉਹ ਸਾਧੂਆਂ ਦੇ ਕੋਲ ਜਾ ਕੇ ਆਪ ਹੱਥ ਟੱਟਦੇ ਸਨ, ਮੰਗਦੇ ਸਨ ਵੀ ਸਾਨੂੰ ਸੁੱਖ ਦਿਓ, ਸਾਨੂੰ ਸ਼ਾਂਤੀ ਦਿਓ, ਅਸੀਂ ਕਿਵੇਂ ਸਕੂਨ ਪ੍ਰਾਪਤ ਕਰੀਏ, ਕਿਵੇਂ ਪੀਸ ਆਫ ਮਾਈਂਡ ਮਿਲੇਗਾ। ਤੋ ਸਾਧੂ, ਪੈਸੇ ਦੀ ਜ਼ਰੂਰਤ ਪੈਂਦੀ ਸੀ ਰਾਜੇ ਕੋਲ ਜਾਂਦਾ ਸੀ, ਰਾਜੇ ਨੂੰ ਸਕੂਨ ਦੀ ਜ਼ਰੂਰਤ ਪੈਂਦੀ ਸੀ ਸਾਧੂ ਕੋਲ ਆਂਦਾ ਸੀ। ਤੋ ਦੋਨੋਂ ਹੀ ਇਨਕੰਪਲੀਟ ਰਹਿ ਜਾਂਦੇ ਸਨ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਹਿੰਦੇ ਨੇ ਰਾਜ ਜੋਗ ਜਿਨ ਮਾਣਿਓ, ਉਹ ਰਾਜੇ ਵੀ ਨੇ, ਉਹ ਯੋਗੀ ਵੀ ਨੇ, ਭਾਵ ਕਮਲ ਦੀ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਰਹੇ ਨੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਤੁਹਾਡੇ ਜਿਹੜੇ ਨੇ ਮੈਂ ਸੋਹਣੇ ਗੁਣ ਜਿਹੜੇ ਨੇ ਉਹ ਮੈਂ ਗਾ ਰਿਹਾ ਹਾਂ। ਇਸ ਤਰੀਕੇ ਦੇ ਨਾਲ ਜਿਹੜੇ ਨੇ
ਉਹ ਰਾਜ ਯੋਗ ਦੀ ਗੱਲ ਕਰਦੇ ਨੇ। ਇਸੇ ਲਈ ਸਾਨੂੰ ਵੀ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਰਾਜ ਯੋਗੀ ਬਣਾਇਆ ਹੈ। ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਹੈ। ਨਾਮ ਪਹਿਲਾਂ ਕੱਲਾ ਸਾਧੂ ਕਰਦੇ ਸਨ, ਜਪਦੇ ਸਨ, ਬਾਅਦ ਚ ਭਿਕਸ਼ਾ ਮੰਗ ਕੇ ਆਪਦਾ ਗੁਜ਼ਾਰਾ ਕਰਦੇ ਸਨ। ਤਾਂ ਗੁਰੂ ਸਾਹਿਬ ਨੇ ਕਿਹਾ ਨਹੀਂ, ਤੈਨੂੰ ਤੇਰੇ ਖਾਣ ਦੇ ਲਈ ਹੱਥ ਨਾ ਟੱਡਨੇ ਪੈਣ, ਤੈਨੂੰ ਦਾਨੀ ਵੀ ਬਣਾਉਣਾ ਹੈ। ਤੋ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਵੀ ਕਰ, ਪਰਮਾਤਮਾ ਨੂੰ ਯਾਦ ਵੀ ਕਰ, ਰਾਜਾ ਵੀ ਬਣ, ਯੋਗੀ ਵੀ ਬਣ, ਤੇ ਸਾਨੂੰ ਨਾਲ ਦਾਨੀ ਵੀ ਬਣਾਇਆ ਵੀ ਤੂੰ ਵੰਡ ਵੀ, ਸੇਵਾ ਵੀ ਕਰ। ਇਸ ਤਰੀਕੇ ਦੇ ਜਿਹੜੇ ਸਾਡੇ ਕੋਲੇ ਗੁਣ ਆ ਰਹੇ ਨੇ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਣ ਨੇ, ਜੋ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਰਹੇ ਨੇ। ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਭੱਟਕਲ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਲ ਕਰਦੇ ਨੇ। ਬਾਕੀ ਅੱਗੇ ਹੋਰ ਸਵਈਏ ਨੇ, ਉਹ ਆਪਾਂ ਅਗਲੇ ਦੀਵਾਨਾਂ ਦੇ ਵਿੱਚ, ਅਗਲੇ ਲੈਕਚਰਸ ਦੇ ਵਿੱਚ ਜਿਹੜਾ ਹੈ ਉਹ ਆਪਾਂ ਵਿਚਾਰ ਕਰਾਂਗੇ। ਪਰ ਹੁਣ ਬੇਨਤੀ ਹੈ ਬਈ ਨੈਕਸਟ ਫਰਾਈਡੇ ਜਿਹੜਾ ਹੈ ਉਹ ਆਨਲਾਈਨ ਨਹੀਂ, ਆਪਾਂ ਇਨ ਪਰਸਨ ਲੈਕਚਰ ਕਰ ਰਹੇ ਹਾਂ in the afternoon from 2 p.m. to 3 p.m. about Khalas to Khalsa. Khalas to Khalsa is a topic ਜਿਹੜਾ ਸੈਂਟਰਲ ਸਿੱਖ ਟੈਂਪਲ ਵੱਡਾ ਗੁਰਦੁਆਰਾ ਸਾਹਿਬ ਦੇ ਵਿੱਚ ਲੈਵਲ 4 ਤੇ ਆਪਾਂ ਫਿਜ਼ੀਕਲ ਲੈਕਚਰ ਕਰਾਂਗੇ ਆਫਟਰਨੂਨ ਦੇ ਵਿੱਚ 2 ਤੋਂ 3। there will be no any online lecture for next Friday, but request you all ਆਪਾਂ ਜਿਹੜਾ ਹੈ ਉਹ ਲੈਕਚਰ ਜਿਹੜਾ ਹੈ ਨੈਕਸਟ ਵੀਕ ਜ਼ਰੂਰ ਜੁਆਇਨ ਕਰਨਾ ਹੈ। ਉਸ ਤੋਂ ਇਲਾਵਾ ਸੰਡੇ ਨੂੰ ਜਿਹੜਾ ਹੈ ਉਹ ਪ੍ਰਗਟਿਓ ਖਾਲਸਾ ਦੇ ਸੰਬੰਧ ਦੇ ਵਿੱਚ ਜਿਹੜਾ ਹੈ ਉਹ ਸਪੈਸ਼ਲ ਆਪਾਂ ਸੰਵਾਦ ਪ੍ਰੋਗਰਾਮ ਰੱਖਿਆ ਹੈ, ਜਿਹਦੇ ਵਿੱਚ ਗਿਆਨੀ ਗੁਰਦੀਪ ਸਿੰਘ ਜੀ, ਗੁਰਜਿੰਦਰ ਸਿੰਘ ਜੀ ਤੇ ਕੁਲਦੀਪ ਸਿੰਘ ਜੀ ਜਿਹੜੇ ਨੇ, ਉਹਨਾਂ ਦੇ ਨਾਲ ਆਪਾਂ ਕੁਐਸਚਨ ਆਨਸਰਸ ਜਿਹੜੇ ਕਰਾਂਗੇ, ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਖਾਲਸੇ ਦੇ ਬਾਰੇ, ਕਕਾਰਾਂ ਦੇ ਬਾਰੇ, ਰਹਿਤ ਦੇ ਬਾਰੇ, ਕੀ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਉਸ ਤੋਂ ਇਲਾਵਾ ਟਿਊਸਡੇ ਇਵਨਿੰਗ there will be a lecture on Khalsa Sajna. This lecture is going to be in English, so request you all must join all these upcoming programs. ਜਿਹੜਾ ਹੈ ਉਹ ਸੰਡੇ ਨੂੰ ਪਹਿਲਾ ਪ੍ਰੋਗਰਾਮ ਹੈ, ਟਿਊਸਡੇ ਨੂੰ ਵੀ ਹੈ, ਔਰ ਨੈਕਸਟ ਵੀਕ ਫਰਾਈਡੇ ਨੂੰ ਵੀ ਪ੍ਰੋਗਰਾਮ ਹਨ। ਉਹਦੇ ਵਿੱਚ ਵੀ ਸਮੂਹ ਸੰਗਤਾਂ ਨੇ ਜਿਹੜੀ ਹੈ ਉਹ ਜ਼ਰੂਰ ਇਨ ਪਰਸਨ ਜਿਹੜੀ ਹੈ ਤੁਸੀਂ ਹਾਜ਼ਰੀ ਭਰੋ। ਜਿਹੜਾ ਜਿਹਦੇ ਕੋਲ ਵੀ ਕੋਈ ਸਮਾਂ ਨਿਕਲਦਾ ਹੈ, ਸੋ ਆਈ ਵੁੱਡ ਰਿਕੁਐਸਟ ਯੂ ਆਲ ਆਪਣੇ ਪ੍ਰੈਸ਼ੀਅਸ ਟਾਈਮ ਦੇ ਵਿੱਚੋਂ ਥੋੜਾ ਸਮਾਂ ਕੱਢ ਕੇ ਜਿਹੜੀ ਹੈ ਉਹ ਤੁਸੀਂ ਜ਼ਰੂਰ ਹਾਜ਼ਰੀ ਭਰਨੀ ਜੀ। ਹੁਣ ਮੈਂ ਆਪਸ਼ਨ ਦੇ ਰਿਹਾ, ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਸਕਦੇ ਹੋ। ਕਿਸੇ ਨੂੰ ਵੀ ਗੁਰੂ ਸਾਹਿਬ ਨੇ ਕੋਈ ਥਾਟ ਦਿੱਤਾ ਹੈ ਤੇ ਉਹ ਥਾਟ ਤੁਹਾਡਾ ਨਹੀਂ, ਮੇਰਾ ਨਹੀਂ, ਉਹ ਥਾਟ ਜਿਹੜਾ ਹੈ ਗੁਰੂ ਸਾਹਿਬ ਦਾ ਹੈ। ਸੋ ਰਿਕੁਐਸਟ ਯੂ ਆਲ ਮਸਟ ਸ਼ੇਅਰ your point of view, your thought, your suggestions ਤੇ ਜਾਂ ਫੀਡਬੈਕ ਜੋ ਵੀ ਹੈ। ਸੋ ਤੁਸੀਂ ਹੁਣ ਪਾਰਟਿਸਿਪੇਟ ਕਰੋ ਜੀ। ਨਾਓ ਆਮ ਗਿਵਿੰਗ ਯੂ ਦ ਆਪਸ਼ਨ ਟੂ ਅਨਮਿਊਟ yourself, ਮਸਟ ਪਾਰਟਿਸਿਪੇਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਹਰਚਰਨ ਜੀ, you are unmuted, would you like to add something? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Is my name there? Because I have not changed anything. Is my name coming out now? No, now I recognize you if iPhone is unmuted, which means Harcharan Singh. Thank you very much. Okay, this is very wonderful. This Kalsahar, you just want to say there were 10 of them, right? There were 10 what do you call the parts? There were 10 parts, right? Yes, 10. 2 we discussed today, 8 will be in upcoming. Kalsahar is one of them, part Kala. ਅੱਛਾ, ਟੋਟਲ 11। ਓਕੇ, ਭੱਟ 11 ਨੇ, ਸਵਈਏ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਦੇ ਵਿੱਚ 10 ਨੇ, 10, ਬਟ ਭਗਤ ਸਾਹਿਬਾਨ ਆਰ ਭੱਟ ਸਾਹਿਬਾਨ ਆਰ 11, so 1 is ਭੱਟਕਲ ਜੀ। For 11 parts but 10 sloks. Is it? Yes, but about Guru Nanak Sahib Ji, only Patkal wrote about Guru Nanak Sahib Ji actually. So there are few parts who wrote about 2 Gurus Ji, a few wrote about just 1. So Patkal is the one who wrote about all 5 Guru Ji. So that is why he is having 54 Savaiyas. Okay. He is the only one who wrote about all Guru Ji. Rest few are on 1 or 2. Okay. So this is so wonderful. Our Guruji is really telling us how we have to worship and how we are able to conduct ourselves and how are we to go nearer to God. And then we get the parties who are now praising Gurus who have united mankind to God. So how lucky we are to get this 10 Pata, and Patkal is so wonderful. He says,
एक मन पुरख ध्याए बरदाता, and this is very very difficult. एक मन नाल कौन कर सकदा? Very very difficult. एक मन पुरख ध्याए बरदाता, who is the giver. Sant Sahar Sada Bikhdata, and he is praising again that Sant Sahar Sada Bikhyata. Sah Charanle Hriday Rasavo, my God. So Param Guru Nanak Gunga. That's when he says Param, so Param Guru Nanak Gunga. That means he's talking about Guru Nanak here, is it? Yes, now he's saying, firstly he said that firstly he's talking about that power Paramatma, कि गुरु जी हुण तुहाडी किरपा दे नाल ए परमात्मा तेरे दर्शन मैनू गुरु नानक च हुंदे ने, हुण मैं गुरु नानक जी दी उस्तत करन लगा। जिवें असीं अरदास च कहने ना, प्रथम भगवती सिमर के गुरु नानक लई ते आए। ए परमात्मा तेनू नमस्कार है, पर तू मैनू गुरु नानक साहब च दिखदा है, तो इसलिए हुण मैं गुरु नानक साहब दे गुण गावांगा, क्योंकि सरगुण रूप दे विच ते मैनू तू गुरु नानक साहब च दीदारे दे रहा है। Oh, okay. Now we have as they say, Guru and God is big vichar kuch nahi, as they say in one. बिल्कुल बिल्कुल जी, विचार गुरु परमेश्वर एक को है। And this is Gavo Gun Param Guru Sukh Sagar Duttar Nivaran Sabd Sare. What does it mean when it is? Gavo Gur Param Guru Sukh Sagar. This is now what you're talking about here. Gavo, that means Gavo Gun Param. Guru de kare, he's Guru here, talking about God here now. Yeah, he's saying कि उस परम गुरु दे गुण गाओ जिदे नाल जेड़े ने पाप साडे खत्म हो जाणगे, ओदे शब्द दे नाल, शब्द सरे, सरे पाप समुंदर, समुंदर है गुरु नानक साहब शब्दां दा, गुरबाणी दा, चंगे विचारां दा, किन्ना कुछ सानू दस रहे ने, तेरे सारे पाप धोते जाणगे जो ओ सानू दस रहे ने, ओ शब्द दा समुंदर असी ले लईए, साडे सारे दुख खत्म हो जाणगे, सुखां दा सागर ने गुरु नानक साहब। This is praise of Guru Nanak Dev Ji, huh? हाँ जी। Then again, Gavo Gambhir Tir Mat Sagar Yogi Jagam Dhyan Tare. We're talking about all this one, all the beings, deep, profound understanding. How are they praising? How are they? बिल्कुल। How are they praising Guru? Yes. We get somebody else on the video here. Oh, no, I have muted. Okay, yes, please. I didn't hear you clearly. Yes, please. Okay. And he says, Gavo. Then he says, Gavo Gambhir. Is he telling us again, Gavo, oh the Gambhir, but Paramatma de matlab na? Gavo Gambhir Tir मत सागर जोगी जंगम ध्यान करे। हाँ, वो कह रहे ने कि परमात्मा भाई गुरु नानक साहब जी दे गुण गा रहे ने, जो भी गंभीर लग रहा है, जो धीरजवान है ना, कोई सैटिस्फाइड मतलब जिदे चो रब दे दीदारे हुंदे होण, कोई संतोखी है, उन्होंने वेख के भी मैनू तेरी याद आंदी है परमात्मा, ओदे विचों भी रब तू ही बोल रहे हैं। जो भी गुरु नानक साहब तुहाडे ही गुण गा रहे ने, तां ही वो संतोखी ने। That is why he is satisfied. Guru Nanak को संबोधन करे, कह रहे हैं गुरु नानक, they are referring to Guru Nanak here, right? वो कह रहे हैं कि सारे गुरु नानक साहब जी दे ही गुण गा रहे हैं। Oh, okay. Because they are seeing God in Guru Nanak Sahib ji, so all are meditating on the name of Lord, but Guru Nanak Sahib ji is Lord in front of Patkal ji, तो कह रहे हैं तुहाडे ही गुण गा रहे ने सारे, सब तुहाडी तारीफ कर रहे ने, तुसी गुणा दे सागर। And the last one again, Gave Indrad Bhagat Prahlad Atam Ras Jin Janiyo Hua. And then Kab Kal Sujas Gavo Guru Nanak Raj Jog Jin Mani. This early morning, early morning we hear this sloks are very wonderful. Thank you, Ji. Vaheguru Ji ka Khalsa. Vaheguru Ji ki Fateh. Thank you very much, Charan Singh Ji. Thank you, Ji. Thank you. Hanji, any other Sangat member who wants to share something or wants to add something? Hanji, Amarjit Ji. Vaheguru Ji ka Khalsa, Vaheguru Ji ki Fateh. Vaheguru Ji. Okay, I think the confusion is this Vaye on the Creator or is it on Guru Nanak? I think that was what is it praising the Creator or Guru Nanak? You think? Actually, my take on this is actually
Yes, yes. This first way of Patkal on Pele Mahle, Guru Nanak Ji say, this way reinforces teachings of the Bani actually, okay, through Guru Nanak's contributions to the Bani. Anji, that we owe our existence in this world to the Creator. That is what Guru Nanak wrote in the Bani. You see? So it is praising both Guru Nanak and the Creator. You see? And we must never forget, therefore, the Creator. And in the process, the person who told us what the Creator does for us, you see. Okay. Therefore, we should never forget the Naam, because we owe everything we have in this world to the Naam, which is the Creator. You see? Exactly. So it reminds us that Guru Nanak Ji taught us that we will get peace, we will eradicate our sins, and obtain contentment when we acknowledge our Master Lord, which is again the Creator, you see. Okay, but who is the one who wrote Bani on this and who taught us this? Is Guru Nanak. So it's praising the Creator first, and then Guru Nanak's contribution for having taught us this. Okay, that's my takeaway from this over here. बिल्कुल जी की फतेह. Thank you very much for sharing your point of view and contributing in today's lecture, जी अमरजीत जी. हाँ जी, any other Sangat member who wants to share something? Yes, anyone or everyone can unmute. So it's your time. You must share your point of view. हाँ जी पाल जी, you are unmuted. Vaheguru Ji Ka Khalsa, Vaheguru Ji Ki Fateh. I like the fact that today beautiful confusions are being cleared. Aap Narayan Kala Tar Jagme Parvaryo may be the answer to clear all the confusions, because dono gentlemen who shared their thoughts beautiful. And I think there are three important takeaways I take, but I started with Aap Narayan Kala Tar, because God himself manifested himself in this on this universe as, like you mentioned earlier about Sargun and Nirgun Roop. But I think the important thing, maybe I'll end off with the same thing in a while, to tell you that मैं मूर्ख की केतक बात है कोट परादी तरियारे Guru Nanak jin सुनिया पेख्या से फिर गर्बास ना परियारे. We'll never have to be caught up in this cycle of lives and deaths if we do start recognizing the greatness of Sri Guru Nanak Dev Ji. That is Guru Nanak jin sunya pekhya. Even those who have just heard about the greatness of Sri Guru Nanak Dev Ji, or who have had the blessed vision today through the Gurbani of Sri Guru Granth Sahib Ji. Because if you talk about the concept of Ik Onkar, let's go back to the basics. The whole Ik simply means it is all one. So let us not even try and maybe get too confused about whether it's the creator or the Guruji that is being emphasized. I think is shabad vichyo sab to important gal jehdi mainu samajh aayi hai is the very first line jithe asi shuru kita se na ik man purkh biptyaye bardata. The whole concept, I think we tend to get a lot of distractions, confusions. We don't practice what is called ik man, single-mindedness, the idea of removing even distractions from our environment, because that will allow us to reinforce all the beautiful motivations to get the results. So whether ik man de naal asi us nirankar di bandagi kariye ja Sri Guru Nanak Dev Ji nu as a bridge between that creator and us, it is most crucial. जिस तरह तुसी एग्जांपल देती सी ना ਅਸੀਂ ਜਪਜੀ ਸਾਹਿਬ ਸ਼ੁਰੂ ਕਰਦੇ ਆ ਤੇ ਪਤਾ ਨਹੀਂ ਲੱਗਦਾ ਕਦੋਂ ਸ਼ਲੋਕ ਤੇ ਪਹੁੰਚ ਗਏ. I think that is the important thing, because when we are single minded, and I'll just share with you 4 secrets what we can learn from our Buddhist friend on the concept of mindfulness. ਕਿਉਂਕਿ ਜੇ ਅਸੀਂ ਉਹ ਸਿੱਖ ਲਏ ਨਾ 4 secrets ਜਿਹੜੇ ਸਾਡੇ Buddhist ਭਰਾ ਵਰਤਦੇ ਨੇ, it will allow us to indulge ourselves completely in that part. ਉਸ ਟਾਈਮ ਜਦੋਂ ਪਾਠ ਹੁੰਦਾ ਹੈ ਜਾਂ ਜਦੋਂ ਨਾਮ ਜਪਦੇ ਆ ਜਾਂ ਕੀਰਤਨ ਕਰਦੇ ਆ. क्योंकि I know in the modern technology we talk about multitasking कि एक time ते वैसे बहुत कुछ कर सकते हैं, पर problem आ जाती multitasking दे नाल कि perfection नहीं हो सकती. किसी एक चीज दे विच असी ना सब तो best result नहीं कर सकते. So I'll end off with last 30 seconds to share with you 4 things that I've learned from the Buddhist friends. Number 1 is that always Palji, they taught me, please pay attention. It is very hard to slow down. Today's world is very fast. It is a very
very busy world, पर सानू time kadna payega to just slow down a little bit, pay attention, भावे पाठ करिए, सिमरन करिए, या कुछ भी करिए. Number 2 is the idea of living in the moment. कि इस समय हुन 7 बजे तो 8 बजे तक ना मैं टीवी ऑफ करता, इंटरनेट दे बाकी सारे चैनल बंद करते, यूट्यूब दी डिस्ट्रैक्शंस नहीं चाहिए, ना फेसबुक मैसेजेस, ना व्हाट्सएप, क्योंकि लिविंग इन द मोमेंट मीन्स भाई साहब जो सानू सिखा रहे ने 1 घंटे वास्ते ना, if I can totally pay intentional attention, I can accept what he's teaching, then that Vivek Buddhi will give me the discerning intellect to understand. Number 3 is to accept ourselves, to treat ourselves as a very good person that I can actually concentrate. A मुश्किल गल नहीं है, बस प्रैक्टिस दी गल है. ते नंबर 4 हैगा कि असी जे हौली हौली सास गरास दी गल गुरबानी विच बहुत आंदी है. When we start to focus on our breathing, then maybe एक मन पुरख ध्याए बरदाता बहुत अच्छी तरह हो सकता है. क्योंकि गुरु जी ना एक अखीरली गल करके असी भोग पाने हैं. गुरु जी कहते जमकाल तिन को लगे नाही जो एक मन ध्यावे. Even the messenger of death cannot touch us if we learn this idea of one single-minded and jini tu ik man sach ध्याया तिनका सब दुख गवाया. All my pains, all our pains, sorrows, difficulties will disappear. So आओ जिथे मैं बेनती कीती सी, मैं मूर्ख की के तक बात है. I'm just a fool, and if we can just say कोट पराधी तरियारे, many other fools have been saved, but what did they do? गुरु नानक जिन सुनिया पेख्या से फिर गरबास ना परियारे. Because I think ਇੱਥੇ ਗੱਲ ਆ ਰਹੀ ਹੈ तो परम गुरु नानक गुण गावो ਜਾਂ गावो गुर गुण परम गुरु सुख सागर दुर्त निवारण शब्द सरे. So दास माफी मांगता है, but I think it's a beautiful message. God and Guru is one. आप नारायण कलातार जिस दिन सानू ये समझ आ गया ना, then maybe we'll never get distracted. And अखीरली गल राज जोग दी तुसी गल कीती सी, ये वाला शब्द 4 वारी आएगा. Maybe I'll share something important about it the next time. पर राज जोग वाला पंक्ति 4 वारी आएगी. And I like the fact that तुसी क्या सी ना श्री गुरु नानक देव जी सिर्फ राजे सन, ना सिर्फ योगी सन, पर वो दोनों सन. राज जोग मीरी and piri concept comes in here. I think it's something we also need to learn. I'm very busy with my life in the world, making my billions, but at the same time अवर काज तेरे किते ना काम मिल साध संगत भाज केवल ना मेरी. So important कि असी भी राज जोग दोनों अपनाइए, कि असी भी जीवन मुक्ति प्राप्त करके सचखंड वासी बन के ਅਸੀਂ ਵੀ ਉਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਕਰ ਸਕੀਏ. Thank you ਜੀ for giving me this beautiful time. ਥੈਂਕ ਯੂ ਵੈਰੀ ਮਚ ਪਾਲ ਜੀ, ਤੁਸੀਂ ਹਮੇਸ਼ਾ ਬਹੁਤ ਸੋਹਣਾ ਕੰਟਰੀਬਿਊਟ ਕਰਦੇ ਹੋ ਔਰ ਆਪਣਾ ਪੁਆਇੰਟ ਆਫ View ਸ਼ੇਅਰ ਕਰਦੇ ਹੋ ਔਰ ਸਾਡੇ ਸਾਰਿਆਂ ਨਾਲ ਜਿਹੜੇ ਆ ਹੋਰ ਨੌਲੇਜ ਦੀਆਂ ਗੱਲਾਂ ਕਰਦੇ ਹੋ, ਗੁਰਬਾਣੀ ਦੀ ਗੱਲ ਕਰਦੇ ਹੋ. It always feels so nice. Thank you very much for your lovely contribution, ਪਾਲ ਜੀ. Thank you ਜੀ, thank you. ਹਾਂਜੀ, any other Sangat member who wants to share something? Any Sangat member, you can unmute yourself and share your point of view. ਹਾਂਜੀ ਮਨਜੀਤ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਹਾਂਜੀ, ਬਿਊਟੀਫੁਲ ਡਿਸਕਸ਼ਨ, ਵੈਰੀ ਐਨਲਾਈਟਨਿੰਗ. ਮੇਰੇ ਕੋਲ ਇੱਕ ਸਵਾਲ ਆ, ਇਹ ਜਿਹੜੇ ਭੱਟ ਹੋਏ ਸੀਗੇ, ਇਹ ਕਦੋਂ ਇਹਨਾਂ ਦਾ ਜਨਮ ਸੀਗਾ ਤੇ which period were the ਭੱਟ in the life of our 10 gurus? Were they all, if you could just explain the 11 Bhatt, their life period. Thank you. Okay, thank you very much. Very deep, very nice question. Actually, exact information about these Bhatts are about like when did they born and when did they die. So it's not complete information, but they were during the time of 5th Guru Shri Guru Arjan Sahib Ji. तो पंचम पातशाह ਦੇ ਟਾਈਮ ਤੇ ਹੋਏ ਨੇ. ਪੰਚਮ ਪਾਤਸ਼ਾਹ ਦੀ ਜਦੋਂ ਗੁਰਤਾ ਗੱਦੀ ਹੋਈ ਹੈ, ਉਸ ਸਮੇਂ ਵੀ ਭੱਟ ਜਿਹੜੇ ਨੇ ਉਹ ਗੋਇੰਦਵਾਲ ਸਾਹਿਬ ਤੋਂ ਆਏ ਸਨ, ਗੁਰੂ ਸਾਹਿਬ ਜੀ ਨੂੰ ਮਿਲੇ ਨੇ. तो वो जड़ा है उस टाइम जड़ा है ड्यूरेशन ऑलमोस्ट उस टाइम के आसपास जड़ा है इन्हों मन्निया जाता है, मतलब नियर अबाउट जड़ा है गुरु अर्जन साहब महाराज के टाइम पे. Okay ji, thank you very much Manjeet ji. If I'll get some more information about these parts, then definitely I'll share with you and entire Sangat ji. But basic idea is about the time of 5th Guru. Hanji, any other Sangat member who have any question or anything if you want to share? Okay, request you all. So I think there are no more questions or suggestions. So now I request you all, please unmute yourself
ਲੈਟਸ ਵੀ ਆਲ ਸੇ ਟੁਗੇਦਰ, ਅਸੀਂ ਸਾਰੇ ਸਾਂਝੇ ਰੂਪ ਚ ਫਤਿਹ ਬੁਲਾਈਏ ਜੀ। ਔਰ ਸਾਰਿਆਂ ਨੂੰ ਇੱਕ ਵਾਰ ਫਿਰ ਬੇਨਤੀ ਹੈ, ਆਪਾਂ ਆਪਣੇ ਅਗਲੇ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਆਪਣਾ ਪ੍ਰੈਸ਼ੀਅਸ ਟਾਈਮ ਦੇਣਾ ਹੈ, ਔਰ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਵਿਊਜ਼ ਨੇ ਉਹ ਜ਼ਰੂਰ ਸ਼ੇਅਰ ਕਰਨੇ ਨੇ, ਤਾਂ ਜੋ ਅਸੀਂ ਸਾਰੇ ਇੱਕ ਦੂਸਰੇ ਤੋਂ ਸਿੱਖ ਸਕੀਏ। ਸਿੱਖੀ ਸਿੱਖਿਆ ਗੁਰ ਵਿਚਾਰ, ਸਾਰੇ ਪਿਆਰ ਨਾਲ ਆਖਣਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਥੈਂਕ ਯੂ ਫਤਿਹ। ਐਵਰੀਵਨ, ਮਾਸਟਰ ਥੈਂਕ ਯੂ ਜੀ ਵੈਰੀ and ਮਚ। Sangha.